ਵੈਲਕਮ ਬੈਕ। ਮੈਂ ਮਨਵੀਰ ਕੌਰ। ਭਾਰਤ ਦੀ ਆਜ਼ਾਦੀ ਦੇ 75 ਵਰਿਆਂ ਦਾ ਮਹਾ ਉਤਸਵ ਦੇਸ਼ ਮਨਾ ਕੇ ਹਟਿਆ, ਪਰ ਨਾਲ ਹੀ ਕੁਝ ਕੁ ਦਾਗ ਨੇ ਭਾਰਤ ਦੇ ਹੋਣੀ ਦੇ ਉੱਤੇ, ਭਾਰਤ ਦੇ ਕਿਰਦਾਰ ਦੇ ਉੱਤੇ। ਉਹ ਦਾਗ ਨੇ ਜਿਵੇਂ 1984 2002 ਦਾ ਗੋਧਰਾ ਕਾਂਡ। ਇਹਨਾਂ ਦੋਨਾਂ ਕੇਸਿਸ ਦੇ ਵਿੱਚ, ਇਹਨਾਂ ਦੋਨਾਂ ਦੰਗਿਆਂ ਦੇ ਵਿੱਚ, ਜੋ 1984 ਸਿੱਖਾਂ ਦੇ ਖਿਲਾਫ, ਸਿੱਖਾਂ ਦੇ ਵਿਰੁੱਧ ਜਿੱਥੇ ਲੱਭ ਕੇ ਉਹਨਾਂ ਨੂੰ ਮਾਰਿਆ ਗਿਆ, ਦਿੱਲੀ ਦੇ ਵਿੱਚ ਹੋਇਆ, 2002 ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ। ਇਹੋ ਜਿਹੇ ਦੰਗਿਆਂ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਜਿਹੜਾ ਮਹਿਲਾਵਾਂ ਨੂੰ ਤੇ ਮਾਸੂਮਾਂ ਨੂੰ ਉਠਾਉਣਾ ਪੈਂਦਾ, ਔਰ ਇਹੋ ਜਿਹੇ ਮਹਿਲਾਵਾਂ ਔਰ ਮਾਸੂਮਾਂ ਦੇ ਉੱਤੇ ਜ਼ੁਲਮ ਕਰਕੇ ਜਿਹੜੇ ਬਾਰਬਰਤਾ ਕਰਨ ਵਾਲੇ ਲੋਕ ਹੁੰਦੇ ਨੇ, ਦੰਗਾਈ ਹੁੰਦੇ ਨੇ, ਔਰ ਬੜਾ ਪਾਵਰਫੁਲ ਮਹਿਸੂਸ ਕਰਦੇ ਨੇ। ਇੱਦਾਂ ਦਾ ਇੱਕ ਕੇਸ ਸੀ ਬਿਲਕਿਸ ਬਾਨੋ ਦਾ ਕੇਸ, ਗੁਜਰਾਤ 2002 ਦੇ ਦੰਗਿਆਂ ਦੇ ਦੌਰਾਨ ਦਾ, ਜਿੱਥੇ ਉਸ ਔਰਤ ਦੇ ਨਾਲ ਕੀ ਕੁਝ ਵਾਪਰਿਆ ਉਹਨੂੰ ਸ਼ਾਇਦ YouTube ਤੇ ਇਸ ਵੀਡੀਓ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ YouTube ਦੀਆਂ ਪਾਲਿਸੀਜ਼ ਵਾਇਲੇਟ ਹੋਣਗੀਆਂ, ਨੋਟਿਸ ਆ ਜਾਏਗਾ। ਉਹ ਕੇਸ ਸੀਗਾ, ਮੈਂ ਮੋਟਾ ਉਹਦੇ ਵਿੱਚੋਂ ਕੁਝ ਚੀਜ਼ਾਂ ਦੱਸ ਦਿੰਦੀ ਹਾਂ ਕਿ 2002 ਜਦੋਂ ਗੁਜਰਾਤ 'ਚ ਦੰਗੇ ਹੋਇਆ, ਇੱਕ ਮੁਸਲਿਮ ਪਰਿਵਾਰ ਟਰੱਕ ਦੇ ਵਿੱਚ ਭਰ ਕੇ ਆਪਣਾ ਉਹ ਜਿੱਥੇ ਦੰਗੇ ਹੋ ਰਹੇ ਸੀ ਉਸ ਵਾਇਲੈਂਟ ਮਾਹੌਲ ਨੂੰ ਛੱਡ ਕੇ ਐਸਕੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸੇ ਟਾਈਮ ਇੱਕ ਜੀਪ, ਕੁਝ ਦੰਗਾਈ ਉਹਨਾਂ ਨੂੰ ਫੋਲੋ ਕਰਦੇ ਨੇ, ਲਾਠੀਆਂ ਤਲਵਾਰਾਂ ਉਹਨਾਂ ਦੇ ਕੋਲ ਹੁੰਦੀਆਂ ਨੇ, ਤੇ ਉਸ ਪਰਿਵਾਰ 'ਤੇ ਹਮਲਾ ਬੋਲਦੇ ਨੇ, ਜਿਹਦੇ ਵਿੱਚੋਂ ਉਸ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਰੇਪ ਕੀਤਾ ਗਿਆ, ਗੈਂਗ ਰੇਪ ਕੀਤਾ ਗਿਆ, ਮਰਡਰ ਕਰ ਦਿੱਤਾ ਗਿਆ। ਉਸੇ ਹੀ ਪਰਿਵਾਰ ਦੀ ਇੱਕ ਜੀ ਸੀ ਬਿਲਕਿਸ ਬਾਨੋ, ਜਿਹੜੀ ਜ਼ਿੰਦਾ ਬਚੀ ਸੀ। ਸਿਰਫ ਓਨਲੀ 1% ਬਿਲਕਿਸ ਬਾਨੋ। ਉਹਦੀ ਆਪਣੀ ਕਹਾਣੀ ਜਿਹੜੀ ਸੀ ਉਹ ਫਿਰ ਪੂਰੇ ਦੇਸ਼ ਨੇ ਸੁਣੀ। ਉਹਦੀ ਕਹਾਣੀ ਸੀ, ਸ਼ੀ ਵਾਸ ਪ੍ਰੈਗਨੈਂਟ, 5 months ਪ੍ਰੈਗਨੈਂਟ ਐਂਡ ਸ਼ੀ ਵਾਸ ਗੈਂਗ ਰੇਪਡ। ਉਹਨੇ ਆਪਣੀ ਕੁੱਛੜ ਚੱਕੀ ਹੋਈ ਸੀ, ਇੱਕ ਲੜਕੀ, ਆਪਣੀ ਬੱਚੀ ਜਿਹੜੀ 3 ਸਾਲ ਦੀ ਉਮਰ ਸੀ, ਉਹਨੂੰ ਇੱਕ ਪੱਥਰ ਦੇ ਉੱਤੇ ਸੁੱਟ ਕੇ ਸਮੈਸ਼ ਕੀਤਾ ਗਿਆ ਔਰ ਉਹਦਾ ਮਰਡਰ ਕਰ ਦਿੱਤਾ ਗਿਆ ਉਸ ਮਾਂ ਦੇ ਸਾਹਮਣੇ। ਸ਼ੀ ਵਾਸ, ਬਿਲਕਿਸ ਬਾਨੋ ਵਾਸ ਗੈਂਗ ਰੇਪਡ ਬਾਈ ਦੋਜ਼ ਮੈਨ, ਜਿਨ੍ਹਾਂ ਨੂੰ ਅੱਜ ਆਜ਼ਾਦੀ ਦਿਹਾੜੇ ਤੋਂ ਬਾਅਦ 11 ਮੁਲਜ਼ਮਾਂ ਨੂੰ ਸਜ਼ਾ ਮਾਫੀ ਦੇ ਦਿੱਤੀ ਗਈ ਹੈ। ਉਹ ਅੱਜ ਆਜ਼ਾਦ ਘੁੰਮ ਰਹੇ ਨੇ। ਗੈਂਗ ਰੇਪ ਤੋਂ ਬਾਅਦ ਉਹਦਾ ਆਪਣਾ ਇੱਕ ਬਿਆਨ ਮੈਂ ਦੇਖ ਰਹੀ ਸੀ, ਉਹਨੇ ਕਿਹਾ ਮੈਂ ਫੇਂਟ ਹੋ ਗਈ ਸੀ, ਜੋ ਵੀ ਉਹ ਵਾਪਰ ਰਿਹਾ ਸੀ ਮੈਂ ਉਹਦੇ 'ਚ ਫੇਂਟ ਹੋ ਗਈ ਸੀ। ਔਰ ਉਹਨੂੰ ਜਦੋਂ ਹੋਸ਼ ਆਉਂਦਾ ਤਾਂ ਉਹ ਨਾਲ ਦੇ ਪਿੰਡਾਂ 'ਚ ਜਾ ਕੇ ਕੱਪੜੇ ਮੰਗਦੀ ਹੈ। ਇੱਕ ਨਾਲ ਦਾ ਕਬੀਲਾ ਸੀਗਾ, ਇੱਕ ਟਰਾਈਬ ਸੀਗਾ, ਉੱਥੋਂ ਕੱਪੜੇ ਮੰਗਦੀ ਹੈ ਐਂਡ ਫਰਦਰ ਔਨ ਆਪਣੀ ਹੈਲਪ ਮੰਗਦੀ ਹੈ। ਉਸ ਤੋਂ ਬਾਅਦ ਵੀ ਉਹ ਔਰਤ ਦੀ ਜਿਹੜੀ ਖਾਸੀਅਤ, ਜੋ ਜਿਹਨੂੰ ਆਪਾਂ ਕਵਾਂਗੇ, ਜਿਹੜੀ ਚੀਜ਼ 'ਤੇ ਪ੍ਰਾਊਡ ਹੁੰਦਾ ਹੈ ਕਿ ਇੱਕ ਭਾਰਤ ਦੀ ਵਸਨੀਕ, ਔਰ ਉਹਦੇ 'ਚ ਐਡਾ ਦਮ, ਜਿੱਥੇ ਉਹ ਸਿਸਟਮ ਦੇ ਖਿਲਾਫ ਇੱਕ ਲੜਾਈ ਲੜਦੀ ਹੈ, ਇੱਕ ਬਹੁਤ ਵੱਡੀ ਲੀਗਲ ਬੈਟਲ ਲੜਦੀ ਹੈ, ਜਿਹਦੇ ਵਿੱਚ ਗੁਜਰਾਤ ਦੀ ਸਟੇਟ ਵੀ ਉਹਦੇ ਕੇਸ ਨਾਲ ਜੁੜੇ ਹੋਏ ਕਈ ਪ੍ਰੂਫਸ, ਐਵੀਡੈਂਸਿਸ ਨਾਲ ਛੇੜਛਾੜ ਕਰਦੀ ਹੈ। ਡੈਡ ਬੋਡੀਜ਼ ਵੀ ਗਾਇਬ ਕਰ ਦਿੱਤੀਆਂ ਜਾਂਦੀਆਂ ਕਿ ਇਹ ਪ੍ਰੂਫ ਨਾ ਰਹੇ ਕਿਸੇ ਤਰ੍ਹਾਂ। ਉਹ ਸਟੇਟ ਦੇ ਖਿਲਾਫ, ਉਸ ਮੈਨੀਪੂਲੇਸ਼ਨ ਦੇ ਖਿਲਾਫ ਲੜਦੀ, ਔਰ ਅਲਟੀਮੇਟਲੀ ਉਹ 20 ਜਾਣਿਆਂ ਦੇ ਅਕਿਊਜ਼ਡ ਰੱਖਦੇ ਨੇ। 12 ਦਾ ਨਾਮ ਜਿਹੜਾ ਉਹ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ, ਪਰ ਇੱਕ ਦੀ ਮੌਤ ਹੋ ਜਾਂਦੀ, ਔਰ 11 ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਆ, ਜਦੋਂ CBI ਦੀ ਇਨਕੁਆਇਰੀ ਹੁੰਦੀ ਹੈ, ਉਹਨਾਂ ਨੂੰ ਮਿਲਦੀ ਹੈ। ਅੱਜ ਉਹ ਉਮਰ ਕੈਦ ਦੀ ਸਜ਼ਾ, ਉਹ 11 ਕਨਵਿਕਟਸ 14 ਸਾਲ ਦੀ ਸਜ਼ਾ ਭੁਗਤ ਕੇ ਭਾਰਤ ਦੀ ਆਜ਼ਾਦੀ ਦੇ 75 ਵਰਿਆਂ ਦੇ ਮਹਾ ਉਤਸਵ 'ਤੇ ਆਜ਼ਾਦੀ ਦਾ ਨਿੱਘ ਮਾਣ ਰਹੇ ਨੇ। ਇਹਦੇ ਵਿੱਚ ਦੁਖਾਂਤ ਦੀਆਂ ਗੱਲਾਂ ਕਿਹੜੀਆਂ ਨੇ, ਉਹਦੀ ਆਪਾਂ ਅੱਜ ਦੀ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਇਸ ਰਿਮਿਸ਼ਨ ਦੇ ਪਿਛਲੀ ਜਿਹੜੀ ਪੋਲਿਟਿਕਸ ਹੈ ਉਹ ਕੀ ਹੈ, ਇਹਦੇ ਪਿਛਲੇ ਕਿਹੜੀ ਡੌਗ ਵਿਸਲ ਪੋਲਿਟਿਕਸ ਚੱਲ ਰਹੀ ਹੈ ਕਿ ਇਹ ਰਿਮਿਸ਼ਨ ਜਿਹੜੀ ਹੈ ਇਹ ਕਾਨੂੰਨ ਦੇ ਖਿਲਾਫ ਜਾ ਕੇ ਵੀ ਦਿੱਤੀ ਗਈ। ਕਿਹੜੇ ਲਾਅ, ਕਿਹੜੇ ਕਾਨੂੰਨ ਨੂੰ ਬੈਂਡ ਕੀਤਾ ਗਿਆ ਆਪਣੇ ਮੁਫਾਦਾਂ ਦੇ ਲਈ, ਆਪਣੇ ਫਾਇਦਿਆਂ ਦੇ ਲਈ। ਔਰ ਐਂਡ ਦੇ ਵਿੱਚ ਗੱਲਾਂ ਬਿਲਕਿਸ ਬਾਨੋ ਦੇ ਜਿਹੜੇ ਮੌਜੂਦਾ ਇਸ ਟਾਈਮ ਉਹਦੇ ਬਿਆਨ ਆ ਉਹਨਾਂ 'ਤੇ ਕਰਾਂਗੇ। ਹੁਣ ਗੱਲ ਕਰਦੇ ਹਾਂ ਕਿ ਕਿਹੜੇ ਆਪਣੇ ਲੀਗਲ ਸਿਸਟਮ ਦੀਆਂ ਟੈਕਨੀਕੈਲਿਟੀਜ਼ ਸੀਗੀਆਂ ਜਿਨ੍ਹਾਂ ਨੂੰ ਵਰਤ ਕੇ ਇਹ ਜਿਹੜੀ ਰਿਮਿਸ਼ਨ ਹੈ ਪੋਸੀਬਲ ਹੋ ਪਾਈ। ਆਪਾਂ ਜਾਣਦੇ ਆਪਣੀ ਸੰਵਿਧਾਨ 'ਚ 2 ਆਰਟੀਕਲ ਨੇ ਜਿਨ੍ਹਾਂ ਦੇ ਤਹਿਤ ਆਪਣੇ ਰਾਸ਼ਟਰਪਤੀ ਤੇ ਗਵਰਨਰ ਜਿਹੜੇ ਨੇ ਉਹ ਇਹ ਜਿਹੜੀ ਸਜ਼ਾ ਮਾਫੀਆਂ ਕਰ ਸਕਦੇ ਨੇ। ਪਰ ਹੀਨੀਅਸ ਕ੍ਰਾਈਮ ਜਦੋਂ ਹੁੰਦਾ, ਹੀਨੀਅਸ ਕ੍ਰਾਈਮ ਆਪਾਂ ਕਹਿ ਸਕਦੇ ਹਾਂ ਜਿਹੜੇ ਰੇਪ, ਗੈਂਗ ਰੇਪ, ਮਰਡਰ, ਜਿਹੜੇ ਬਹੁਤ ਹੀ ਬਰਬਰਤਾ ਨਾਲ ਭਰੇ ਹੋਏ ਕ੍ਰਾਈਮ ਹੋਣ, ਉਹਨਾਂ ਨੂੰ ਇਹ ਰਿਮਿਸ਼ਨ ਜਿਹੜੀ ਉਹ ਨਹੀਂ ਮਿਲਦੀ। ਇਸ ਤੋਂ ਇਲਾਵਾ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਕੋਲ ਵੀ ਹੱਕ ਹੁੰਦਾ, ਜਿਹੜਾ CRPC ਦੇ 2 ਸੈਕਸ਼ਨ ਨੇ 432 ਐਂਡ 433, ਜਿਹੜੇ ਅਲਾਓ ਕਰਦੇ ਨੇ ਸਟੇਟਸ ਨੂੰ ਵੀ ਕਿ ਉਹ ਆਪਣੀਆਂ ਜੇਲ੍ਹਾਂ ਦੇ ਵਿੱਚੋਂ ਪੈਨਲ ਬਣਾ ਕੇ ਆਪਣਾ ਪੂਰਾ ਕਮੇਟੀ ਦਾ ਗਠਨ ਕਰਕੇ ਜਿਹੜਾ ਰਿਮਿਸ਼ਨ ਆ ਉਹ ਕਰ ਸਕਦੇ ਆ। ਪਰ ਇੱਥੇ ਵੀ ਗਾਈਡਲਾਈਨਸ ਲਾਗੂ ਹੁੰਦੀਆਂ ਨੇ ਕਿ ਜਿਹੜੇ ਰੇਪਿਸਟ ਆ, ਮਰਡਰਰਸ ਆ, ਮਨੀ ਲਾਂਡਰਰਸ ਆ, ਡਰੱਗ ਪੈਡਲਰਸ ਆ, ਉਹਨਾਂ ਦੀ ਰਿਹਾਈ ਜਿਹੜੀ ਆ ਰਿਮਿਸ਼ਨ ਦੇ ਤਹਿਤ ਮਾਫੀ ਉਹਨਾਂ ਨੂੰ ਨਹੀਂ ਮਿਲ ਸਕਦੀ। ਪਰ ਗੁਜਰਾਤ ਸਰਕਾਰ ਨੇ ਕੀ ਕੀਤਾ, ਇਹ ਆਪਣੇ ਲਈ ਸਮਝਣਾ ਬਹੁਤ ਜ਼ਰੂਰੀ ਹੈ। ਗੁਜਰਾਤ ਸਰਕਾਰ ਨੇ 2014 ਦੇ ਵਿੱਚ ਇੱਕ ਨਵਾਂ ਗਾਈਡਲਾਈਨਸ ਜਿਹੜੀਆਂ ਸੀ ਉਹ ਲਿਆਂਦੀਆਂ ਸੀ। ਉਸ ਗਾਈਡਲਾਈਨਸ ਦੇ ਵਿੱਚ ਵੀ ਇੱਕ ਫਰਦਰ ਗਾਈਡਲਾਈਨ ਇਹ ਸੀਗੀ, ਸਬ ਗਾਈਡਲਾਈਨ, ਕਿ ਜਿਹੜਾ ਹੀਨੀਅਸ ਕ੍ਰਾਈਮ ਵਾਲਾ
ਕਨਵਿਕਟ ਹੋਏਗਾ ਮਰਡਰ ਵਾਲਾ, ਗੈਂਗ ਰੇਪ ਵਾਲਾ, ਰੇਪ ਵਾਲਾ, ਉਹਨਾਂ ਨੂੰ ਸਜ਼ਾ ਮਾਫੀ ਨਹੀਂ ਹੋ ਸਕਦੀ। ਪਰ ਜਦੋਂ ਇਹ ਸਿਸਟਮ ਨੇ ਤੈਅ ਕਰ ਲਿਆ ਹੋਵੇ, ਇੱਕ ਡੌਗ ਵਿਸਲ ਪੋਲਿਟਿਕਸ ਨੇ ਤੈਅ ਕਰ ਲਿਆ ਹੋਵੇ ਕਿ ਇਹਨਾਂ ਗੈਂਗ ਰੇਪ ਦੇ ਕਨਵਿਕਟਸ ਨੂੰ, ਇਹਨਾਂ ਮਰਡਰਰਸ ਨੂੰ ਛੱਡਣਾ ਹੀ ਛੱਡਣਾ ਹੈ, ਇਹਨਾਂ ਨੂੰ ਰਿਹਾਈ ਦੇਣੀ ਹੈ, ਤਾਂ 1992 ਦਾ ਇੱਕ ਪੁਰਾਣਾ ਕਾਨੂੰਨ ਜਿਹੜਾ ਸਿਰਫ 2 ਪੰਨਿਆਂ ਦਾ ਸੀਗਾ, ਉਹ ਗਾਈਡਲਾਈਨਸ ਨੂੰ ਚੱਕ ਲਿਆਂਦਾ ਗਿਆ, ਜਿਹੜਾ 1992 ਦੀਆਂ ਉਹ 2 ਪੇਜ ਦੀਆਂ ਗਾਈਡਲਾਈਨਸ ਜੋ ਪ੍ਰਧਾਨ ਮੰਤਰੀ ਮੋਦੀ ਜਿਸ ਟਾਈਮ ਚੀਫ ਮਿਨਿਸਟਰ ਗੁਜਰਾਤ ਦੇ ਸੀ, ਉਸੇ ਟਾਈਮ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਗਿਆ ਸੀ ਔਰ 2014 ਵਾਲੀਆਂ ਗਾਈਡਲਾਈਨਸ ਜਿਹੜੀਆਂ ਉਹ ਲੈ ਆਂਦੀਆਂ ਗਈਆਂ ਸੀ। ਹੁਣ 1992 ਦੀਆਂ ਉਹ ਜਿਹੜੀਆਂ ਪੁਰਾਣੀਆਂ ਡਸਟਬਿਨ ਦੇ ਵਿੱਚ ਪਏ ਹੋਏ ਉਹ ਗਾਈਡਲਾਈਨ ਸੀ, ਉਹਦੇ 'ਚ ਖਾਸੀਅਤ ਇਹ ਸੀ ਕਿ ਉਹਦੇ ਵਿੱਚ ਐਦਾਂ ਦਾ ਕੋਈ ਵੀ ਕੰਡੀਸ਼ਨ ਨਹੀਂ ਲਾਈ ਗਈ ਸੀ ਕਿ ਗੈਂਗ ਰੇਪ ਜਾਂ ਮਰਡਰ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕਦੀ। ਸੋ ਟੈਕਨੀਕਲ ਲੂਪ ਹੋਲਸ ਜਿਹੜੇ ਸੀ ਆਪਣੇ ਲੀਗਲ ਸਿਸਟਮ ਦੇ ਲੱਭੇ ਗਏ ਔਰ 1992 ਦੇ ਲਿਆ ਕੇ ਇੱਕ 2 ਪੰਨਿਆਂ ਦੇ ਪੇਪਰ 'ਚੋਂ ਆਪਣਾ 11 ਕੈਦੀਆਂ ਨੂੰ ਛਡਵਾਉਣ ਦਾ ਇੱਕ ਚਾਰਾ ਬਣਾ ਲਿਆ ਗਿਆ, ਇੱਕ ਰਾਸਤਾ ਬਣਾ ਲਿਆ ਗਿਆ। ਤੇ ਉਸ ਤੋਂ ਬਾਅਦ ਆਪਾਂ ਅੱਜ ਦੇਖ ਰਹੇ ਹਾਂ ਕਿ ਉਹ ਜਿਹੜੇ ਕਨਵਿਕਟਸ ਨੇ ਉਹ ਬਾਹਰ ਨੇ, ਰਾਦਰ ਬਾਹਰ ਹੀ ਨਹੀਂ ਹੈ, ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ, ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ। ਹੋ ਸਕਦਾ ਉਹਨਾਂ ਦੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਹੋਵੇ ਕਿਉਂਕਿ ਉਹਨਾਂ ਦਾ ਪਰਿਵਾਰ ਅੱਜ ਵੀ ਇਹ ਮੰਨਦਾ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹ ਕਨਵਿਕਟਸ ਜਿਹੜੇ ਸੀ ਉਹਨਾਂ ਨੇ ਕੋਈ ਵੀ ਐਵੇਂ ਦਾ ਕ੍ਰਾਈਮ ਨਹੀਂ ਕੀਤਾ। ਹੋ ਸਕਦਾ ਉਹਨਾਂ ਨੇ ਜਸ਼ਨ ਮਨਾਏ ਹੋਣ, ਪਰ ਪ੍ਰੋਬਲਮੈਟਿਕ ਉੱਥੇ ਹੋ ਜਾਂਦਾ ਜਦੋਂ ਵਿਸ਼ਵ ਹਿੰਦੂ ਪਰਿਸ਼ਦ ਵਰਗੀਆਂ ਆਰਗੇਨਾਈਜੇਸ਼ਨਸ ਔਰ ਸੱਤਾਧਾਰੀ ਧਿਰ ਦੇ ਨਾਲ ਜੁੜੇ ਹੋਏ ਲੋਕ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਜੋ ਧਰਮ ਦੇ ਨਾਮ ਤੇ ਚੱਲਦੀਆਂ ਨੇ, ਉਹ ਧਰਮ ਦਾ, ਜਾਤ ਦਾ ਨਾਮ ਲੈ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਬ੍ਰਾਹਮਿਨਸ ਵੈਸੇ ਹੀ ਬਹੁਤ ਵਾਈਜ਼ ਹੁੰਦੇ ਆ, ਜੋ ਕਿ ਇੱਕ ਬਹੁਤ ਵੱਡਾ ਦੁਖਾਂਤ ਅੱਜ ਦੇ ਸਮੇਂ 'ਚ ਇੰਡੀਆ ਦਾ ਹੋ ਰਿਹਾ ਹੈ। ਇਹ ਹੋ ਗਈਆਂ ਲੀਗਲ ਟੈਕਨੀਕੈਲਿਟੀਜ਼। ਪਰ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਪੈਨਲ ਬਣਾਇਆ ਗਿਆ ਸੀ ਸਟੇਟ ਵੱਲੋਂ, ਗੁਜਰਾਤ ਸਟੇਟ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਇੱਕ ਪੈਨਲ ਦਾ ਗਠਨ ਕੀਤਾ ਗਿਆ। ਉਸ ਪੈਨਲ ਨੇ ਫੈਸਲਾ ਦੇਣਾ ਸੀ ਕਿ ਰਿਹਾਈ ਹੋਣੀ ਚਾਹੀਦੀ ਕਿ ਨਹੀਂ। ਉਹਨਾਂ ਦਾ ਫੈਸਲਾ ਸਰਟਨਲੀ ਯੈਸ ਆਇਆ। ਹੁਣ ਆਪਾਂ ਦੇਖਦੇ ਹਾਂ ਕਿ ਉਸ ਪੈਨਲ ਦੇ ਵਿੱਚ ਕੌਣ ਸੀ। scroll.in ਦੀ ਰਿਪੋਰਟ ਕਹਿੰਦੀ ਹੈ ਕਿ ਇਸ ਪੈਨਲ ਦੇ ਵਿੱਚ 50% ਲੋਕ ਬੀਜੇਪੀ ਨਾਲ ਜੁੜੇ ਸੀ ਔਰ 50% ਲੋਕ ਜਿਹੜੇ ਜ਼ਿਲ੍ਹਾ ਪੱਧਰ ਤੇ ਡਿਸਟ੍ਰਿਕਟ ਸਰਕਾਰੀ ਆਫੀਸਰ ਸੀਗੇ ਉਹ ਸੀ। ਜਿਹੜੇ ਬੀਜੇਪੀ ਨਾਲ ਜੁੜੇ ਲੋਕ ਸੀ ਉਹਨਾਂ ਦੇ ਵਿੱਚੋਂ 2 MLA ਸੀ ਜਿਹੜੇ ਬੀਜੇਪੀ ਵੱਲੋਂ ਜਿੱਤੇ ਹੋਏ ਨੇ, ਇੱਕ ਗੋਧਰਾ ਦਾ MLA ਔਰ ਇੱਕ ਨਾਲ ਹੋਰ ਸਟੇਟ ਤੋਂ। 3 ਹੋਰ ਮੈਂਬਰ ਸੀ ਬੀਜੇਪੀ ਨਾਲ ਜੁੜੇ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਸਟੇਟ ਬੀਜੇਪੀ ਗੁਜਰਾਤ ਜਿਹੜੀ ਹੈ ਉਹਦੇ ਐਗਜ਼ੈਕਟਿਵ ਮੈਂਬਰ ਸੀ, ਇੱਕ ਜਿਹੜੇ ਸੀ ਉਹ ਵਾਈਸ ਪ੍ਰੈਜ਼ੀਡੈਂਟ ਸੀ ਬੀਜੇਪੀ ਦੇ ਮਹਿਲਾ ਵਿੰਗ ਦੇ, ਔਰ ਆਖਰੀ ਜਿਹੜਾ ਬੀਜੇਪੀ ਦਾ ਗੋਧਰਾ ਸੈੱਲ ਆ ਉੱਥੋਂ ਦੇ ਪ੍ਰਧਾਨ, ਉੱਥੋਂ ਦੇ ਹੈੱਡ ਜਿਹੜੇ ਸੀ ਉਹ ਵੀ ਇਸ ਪੈਨਲ ਦਾ ਹਿੱਸਾ ਸੀ। ਸੋ 50% ਸੱਤਾਧਾਰੀ ਧਿਰ ਦੇ ਸਿੱਧੇ ਹੀ ਨੁਮਾਇੰਦੇ ਔਰ 50% ਸਰਕਾਰੀ ਬਾਬੂਜ਼। ਸੋ ਇੱਥੇ ਆਪਾਂ ਇਹ ਉਮੀਦ ਨਹੀਂ ਲਾ ਸਕਦੇ, ਇਸ ਤੇ ਭਰੋਸਾ ਕਰਨਾ ਬਹੁਤ ਔਖਾ ਹੈ ਕਿ ਇਹ ਪ੍ਰੀਜੁਡਿਸ ਫ੍ਰੀ ਪੈਨਲ ਹੋਏਗਾ, ਇਹ ਅਨਬਾਇਸਡ ਪੈਨਲ ਹੋਏਗਾ ਜਿਨ੍ਹਾਂ ਨੇ ਕੁਝ ਸੋਚ ਵਿਚਾਰ ਗਹਿਰੀ ਕਰਕੇ, ਗੰਭੀਰਤਾ ਨਾਲ ਕਰਕੇ ਇਹ ਰਿਮਿਸ਼ਨ ਕੀਤੀ ਹੋਏਗੀ। ਸੋ ਬਿਗ ਕੁਐਸਚਨ ਮਾਰਕ ਹੇਅਰ। ਇਸ ਕਰਕੇ ਐਵੇਂ ਲੱਗਦਾ ਕਿ ਇਹ ਜਿਹੜੀ ਰਿਹਾਈ ਹੈ ਸਿਰਫ ਉਹ ਡੌਗ ਵਿਸਲ ਪੋਲਿਟਿਕਸ ਦਾ ਹਿੱਸਾ ਹੈ, ਜਿਹਦੇ ਵਿੱਚ ਇੱਕ ਸਿੰਬੋਲਿਕ ਤੌਰ ਤੇ ਇਸ ਰਿਹਾਈ ਨੂੰ ਵਰਤਿਆ ਜਾਏਗਾ ਟੂ ਗੈਟ ਦੈਟ ਮੈਜੋਰਿਟੀ ਦਾ ਜਿਹੜਾ ਵੋਟ ਹੈ ਉਹਨੂੰ ਲੈਣ ਦੇ ਲਈ, ਕਿਉਂਕਿ ਗੁਜਰਾਤ ਦੇ ਇਲੈਕਸ਼ਨਸ ਦੀ ਕੰਪੇਨ ਜਿਹੜੀ ਆ ਉਹ ਜ਼ੋਰਾਂ ਦੇ ਨਾਲ ਚੱਲ ਹੀ ਰਹੀ ਹੈ, ਚਾਹੇ ਆਪਾਂ ਨੂੰ ਵਿਜ਼ੀਬਲ ਹੋਵੇ ਚਾਹੇ ਨਾ ਹੋਵੇ। ਸਿਰਫ ਔਰ ਸਿਰਫ ਉਹ ਹਿੰਦੂ ਵੋਟ ਬੈਂਕ ਨੂੰ ਲੁਭਾਉਣ ਦੇ ਲਈ, ਔਰ ਉਹ ਜਿਹੜਾ ਮੈਜੋਰੀਟੇਰੀਅਨ ਜਾਂ ਉਹ ਹਿੰਦੂ ਪ੍ਰਪੋਂਡਰੈਂਸ ਦਾ ਜਿਹੜਾ ਸਵਾਲ ਹੈ ਉਸ ਵਿਚਾਰਧਾਰਾ ਦੇ ਤਹਿਤ ਇਸ ਚੀਜ਼ ਨੂੰ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇਹ ਚੀਜ਼ ਕੀਤੀ ਗਈ ਲੱਗਦੀ ਹੈ ਕਿ ਸਿਰਫ ਔਰ ਸਿਰਫ ਜਿਹੜੇ ਹਿੰਦੂਜ਼ ਨੇ ਉਹ ਤਾਂ ਵਿਕਟਿਮ ਨੇ ਇਸ ਦੇਸ਼ ਦੇ ਵਿੱਚ, ਉਹ ਕਦੀ ਵੀ ਐਦਾਂ ਦੇ ਹੀਨੀਅਸ ਕ੍ਰਾਈਮ ਕਰਨ ਵਾਲੇ ਨਹੀਂ ਹੋ ਸਕਦੇ ਕਿ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਵੇ, ਇਸ ਕਰਕੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ। ਇਹ ਉਹਨਾਂ ਦੇ ਜਿਹੜੇ VHP ਦੇ ਲੀਡਰਸ ਆ, ਜਿਹੜੇ ਹੋਰ ਵੀ ਲੀਡਰਸ ਆ, ਉਹਨਾਂ ਦੇ ਬਿਆਨਾਂ ਤੋਂ ਵੀ ਸਾਫ਼ ਇਹ ਚੀਜ਼ ਝਲਕਦੀ ਹੈ। ਇਨ ਦਾ ਐਂਡ ਆਫ ਦਿਸ ਵੀਡੀਓ ਇਹਨਾਂ 11 ਲੋਕਾਂ ਦੀ ਜਿਹੜੀ ਰਿਹਾਈ ਹੋਈ ਹੈ ਇਹਦੇ ਵਿੱਚੋਂ ਅਗਰ ਹਿਊਮੈਨੀਟੇਰੀਅਨ ਗਰਾਊਂਡਸ ਤੇ 1 ਜਾਂ 2 ਜਾਣਿਆਂ ਨੂੰ ਛੱਡਿਆ ਜਾਂਦਾ ਜਿਨ੍ਹਾਂ ਨੂੰ ਵਾਕਈ ਲੋੜ ਹੁੰਦੀ ਤਾਂ ਸ਼ਾਇਦ ਐਡਾ ਵੱਡਾ ਮੁੱਦਾ ਨਾ ਬਣਦਾ, ਕਿਉਂਕਿ ਕਿਸੇ ਨੂੰ ਸਿਹਤ ਦੀ ਪ੍ਰੋਬਲਮ ਹੋ ਸਕਦੀ, ਕੁਝ ਐਵੇਂ ਦੀ ਹੋ ਜਾਂਦੀ। ਪਰ 11 ਦੇ 11 ਨੂੰ ਰਿਹਾਈ ਦੇ ਦੇਣੀ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਦੇ ਵਿੱਚ ਇੱਕ ਬਹੁਤ ਵੱਡਾ ਸਿੰਬਲ, ਇੱਕ ਬਹੁਤ ਵੱਡਾ ਸਿੰਬੋਲਿਕ ਇਹਦਾ ਮਹੱਤਵ ਬਣਦਾ, ਜਿਹੜਾ ਕਿ ਉਹ ਪੋਲੀਟੀਕਲ ਆਉਣ ਵਾਲੀਆਂ ਵੋਟਾਂ ਦੇ ਵਿੱਚ, ਜਿਹੜੇ ਚੁਣਾਵ ਆਉਣ ਵਾਲੇ ਆ ਉਹਦੇ ਵਿੱਚ ਪੋਲੀਟੀਕਲੀ ਵਰਤਿਆ ਜਾਵੇਗਾ, ਜੋ ਆਪਣੇ ਲਈ ਬਹੁਤ ਵੱਡਾ ਖਤਰਾ ਹੈ। ਬਿਲਕਿਸ ਬਾਨੋ ਦੀ ਗੱਲ ਕਰੀਏ ਤਾਂ ਉਹਨੂੰ ਜਦੋਂ ਇਹ 11 ਕਨਵਿਕਟਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਤਾਂ ਉਸ ਟਾਈਮ ਉਹਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਇਹਨਾਂ ਦੀ ਡੈਥ ਪੈਨਲਟੀ ਦੀ ਮੰਗ ਕਰੋਗੇ, ਤਾਂ ਉਸ ਬਿਲਕਿਸ ਬਾਨੋ ਨੇ ਵੀ, ਜਿਹਨੇ ਐਡੀ ਬਰੂਟੈਲਿਟੀ ਸਹੀ, ਉਹਨੇ ਵੀ ਆਪਣੀ ਇਨਸਾਨੀਅਤ ਦਿਖਾਉਂਦੇ ਹੋਏ ਕਿਹਾ ਕਿ ਨਹੀਂ, ਮੇਰੇ ਲਈ ਇਹੀ ਇਨਸਾਫ ਹੋਇਆ। ਪਰ ਅੱਜ ਉਸ ਇਨਸਾਫ ਦਾ ਐਂਡ ਹੋ ਗਿਆ ਔਰ ਭਾਰਤ ਦੇ ਲਈ ਇਹ ਜਿਹੜੀ ਮੌਕਰੀ ਆਫ ਜੁਡੀਸ਼ਰੀ ਆ, ਜਿਹੜੇ ਪੂਰੇ ਜਸਟਿਸ ਸਿਸਟਮ ਦਾ ਮਜ਼ਾਕ ਉਡਾਉਣਾ, ਐਵੇਂ ਦੀਆਂ ਰਿਮਿਸ਼ਨਸ ਦੇ ਕੇ
ਔਰ ਜਿਸ ਤਰ੍ਹਾਂ ਨੂੰ ਆਪਣੀ ਪੋਲਿਟਿਕਸ ਵੱਧ ਰਹੀ ਹੈ, ਇਹ ਦਿਖਾਉਂਦਾ ਹੈ ਕਿ ਬਹੁਤ ਵੱਡਾ ਖਤਰਾ ਜਿਹੜਾ ਹੈ ਉਹ ਮੰਡਰਾ ਰਿਹਾ ਹੈ। ਥੈਂਕ ਯੂ ਸੋ ਮਚ ਫॉर ਵਾਚਿੰਗ।